गुड मॉर्निंग स्टूडेंट्स। आज का जो अपना टॉपिक है फिजिक्स का, दैट इज रिवर एंड बोट। ਇਹ ਸੈਕੰਡ ਐਪਲੀਕੇਸ਼ਨ ਹੈ ਰਿਲੇਟਿਵ ਵੈਲੋਸਿਟੀ ਇਨ ਟੂ ਡਾਈਮੈਂਸ਼ਨਸ ਦੀ। ਫਰਸਟ ਜਿਹੜੀ ਐਪਲੀਕੇਸ਼ਨ ਸੀ ਆਪਾਂ ਆਪਣੇ ਪ੍ਰੀਵੀਅਸ ਲੈਕਚਰ 'ਚ ਕੀਤੀ ਸੀਗੀ ਕੱਲ, ਦੈਟ ਵਾਸ ਦ ਰੇਨ ਐਂਡ ਅੰਬ੍ਰੇਲਾ। ਹੁਣ ਆਪਾਂ ਰਿਵਰ ਐਂਡ ਬੋਟ ਨੂੰ ਅੰਡਰਸਟੈਂਡ ਕਰਨਾ ਹੈ। ਸਭ ਤੋਂ ਪਹਿਲਾਂ ਇਹਦਾ ਕਨਸੈਪਟ ਸਮਝਾਂਗੇ, ਦੈਨ ਆਪਾਂ ਇਹਦੀ ਡੈਰੀਵੇਸ਼ਨ ਕਰਨੀ ਹੈ ਛੋਟੀ ਜੀ, ਰਾਈਟ। ਦੈਨ ਇਹਦੇ ਬੇਸਿਸ ਤੇ ਜਿੰਨੇ ਨਿਊਮੈਰੀਕਲਸ ਨੇ ਉਹਨਾਂ ਨੂੰ ਆਪਾਂ ਸੋਲਵ ਕਰਕੇ ਦੇਖਾਂਗੇ। ਲੈਟਸ ਸਟਾਰਟ ਦਿਸ ਵੀਡੀਓ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਨਸੈਪਟ ਦੀ, ਬਿਕੋਜ਼ ਜਦੋਂ ਕਨਸੈਪਟ ਕਲੈਰਿਟੀ ਹੋ ਜੂਗੀ ਡੈਰੀਵੇਸ਼ਨ ਵੀ ਪ੍ਰੋਪਰਲੀ ਤੁਹਾਨੂੰ ਸਮਝ ਲੱਗੇਗੀ ਐਂਡ ਜੋ ਨਿਊਮੈਰੀਕਲਸ ਨੇ ਆਪਣੇ ਉਹ ਵੀ ਤੁਹਾਨੂੰ ਈਜ਼ੀਲੀ ਸਮਝ ਲੱਗ ਜੂਗੇ, ਹੈ ਨਾ। ਸੋ ਦੇਰ ਇਜ਼ ਅ ਰਿਵਰ, ਲੈਟਸ ਸੇ, ਐਂਡ ਦੇਰ ਇਜ਼ ਅ ਬੋਟਮੈਨ ਜਿਹੜਾ ਕਿ ਇਸ ਰਿਵਰ ਦੇ ਥਰੂ ਲੈਟਸ ਸੇ ਬੋਟ ਨੂੰ ਰੋ ਕਰਕੇ ਇਸ A ਪੁਆਇੰਟ ਤੋਂ B ਪੁਆਇੰਟ ਤੇ ਪਹੁੰਚਣਾ ਚਾਹੁੰਦਾ ਹੈ। ਹੁਣ ਜੇ ਤਾਂ ਦੇਖੋ ਆ ਜਿਹੜਾ ਵਾਟਰ ਹੈ ਰਿਵਰ ਦੇ ਵਿੱਚ ਦਾ, ਇਹ ਲੈਟਸ ਸਪੋਜ਼ ਬਿਲਕੁਲ ਰੈਸਟ ਤੇ ਹੈ, ਪਾਣੀ ਮੂਵ ਨਹੀਂ ਕਰ ਰਿਹਾ, ਸਟਿਲ ਵਾਟਰ ਹੈ, ਫਿਰ ਤਾਂ ਇਹਦੇ ਲਈ ਕੋਈ ਔਖਾ ਨਹੀਂ ਹੈਗਾ, ਇੱਕਦਮ ਸਿੱਧਾ ਸਿੱਧਾ ਚਲੀ ਜਾਊਗਾ ਐਂਡ B ਪੁਆਇੰਟ ਤੇ ਪਹੁੰਚ ਜਾਏਗਾ, ਰਾਈਟ। ਲੇਕਿਨ ਲੈਟਸ ਸਪੋਜ਼ ਜੇ ਜਿਹੜਾ ਵਾਟਰ ਹੈ ਬੋਟ ਦੇ ਵਿੱਚ ਦਾ ਉਹ ਵੀ ਫਲੋ ਕਰ ਰਿਹਾ ਵਿਦ ਸਮ ਪਾਰਟਿਕੂਲਰ ਵੈਲੋਸਿਟੀ, ਲੈਟਸ ਸਪੋਜ਼ 20 ਕਿਲੋਮੀਟਰਸ ਪਰ ਆਰ, ਫਿਰ ਇੰਨਾ ਈਜ਼ੀ ਨਹੀਂ ਹੈਗਾ ਇਸ ਬੋਟਮੈਨ ਦੇ ਲਈ, ਰਾਈਟ। ਫਿਰ ਜੋ ਸਿੱਧਾ ਸਿੱਧਾ ਜਾਣ ਦੀ ਕੋਸ਼ਿਸ਼ ਕਰੂਗਾ ਤਾਂ ਉਹ B ਪੁਆਇੰਟ ਤੇ ਨਹੀਂ ਪਹੁੰਚੂਗਾ, ਰਾਈਟ। ਉਹ ਥੋੜਾ ਜਿਹਾ ਡਿਸਪਲੇਸ ਹੋ ਜਾਊਗਾ ਜਿਸ ਵੀ ਡਾਇਰੈਕਸ਼ਨ 'ਚ ਵੈਲੋਸਿਟੀ ਹੈਗੀ ਹੈ ਵਾਟਰ ਦੀ। ਫੋਰ ਐਗਜ਼ਾਮਪਲ ਆਪਾਂ ਡਰਾ ਕਰਦੇ ਹਾਂ ਇੱਥੇ, ਲੈਟਸ ਸਪੋਜ਼ ਲੈਟ ਮੀ ਯੂਜ਼ ਵਾਇਲਟ ਕਲਰ। ਜਿਹੜੀ ਬੋਟ ਹੈ ਇਹਦੀ ਵੈਲੋਸਿਟੀ ਆਪਾਂ ਮੰਨ ਲੈਂਦੇ ਹੈਗੀ ਹੈ 10 ਕਿਲੋਮੀਟਰਸ ਪਰ ਆਰ, ਠੀਕ ਹੈ। ਐਂਡ ਜਿਹੜਾ ਵਾਟਰ ਹੈ ਰਿਵਰ, ਉਹਦੀ ਵੈਲੋਸਿਟੀ ਮੈਂ ਇੱਥੇ ਸ਼ੋ ਕਰਤੀ, ਲੈਟਸ ਸਪੋਜ਼ ਇਟ ਇਜ਼ 20 ਕਿਲੋਮੀਟਰਸ ਪਰ ਆਰ, ਠੀਕ ਹੈ, ਲੈਟਸ ਸਪੋਜ਼। ਹੁਣ ਤੁਹਾਨੂੰ ਡਾਇਰੈਕਟਲੀ ਦਿਖ ਰਿਹਾ ਇਹਨਾਂ ਦੋਨਾਂ ਵੈਕਟਰਸ ਦਾ ਜਿਹੜਾ ਵੈਕਟਰ ਸਮ ਹੈ ਉਹ ਕਿਹੜਾ ਹੈ, ਦੈਟ ਇਜ਼ ਦਿਸ ਵਨ। ਦੈਟ ਮੀਨਸ ਓਵਰਆਲ ਜਿਹੜਾ ਪਰਸਨ ਸੀਗਾ, ਬੋਟਮੈਨ ਸੀਗਾ, ਚਾਹੇ ਉਹ ਸਿੱਧਾ ਜਾਣਾ ਚਾਹ ਰਿਹਾ ਹੈ ਲੇਕਿਨ ਨਦੀ ਬਿਕੋਜ਼ ਉਹਨੂੰ ਟੂਵਰਡਸ ਰਾਈਟ ਹੈਂਡ ਸਾਈਡ ਵੱਲ ਡਿਸਪਲੇਸ ਕਰ ਰਹੀ ਹੈ, ਓਵਰਆਲ ਉਹਦੀ ਪੋਜੀਸ਼ਨ ਆ ਆਊਗੀ, ਦੈਟ ਮੀਨਸ ਹੀ ਵਿਲ ਰੀਚ ਐਟ ਪੁਆਇੰਟ C। ਹੁਣ ਥੋੜਾ ਜਿਹਾ ਜੇ ਆਪਾਂ ਮੈਥਮੈਟੀਕਲ ਪਾਰਟ ਦੀ ਗੱਲ ਕਰੀਏ, ਫੋਰ ਐਗਜ਼ਾਮਪਲ ਆਪਾਂ ਡੀਲ ਕਰ ਰਹੇ ਹਾਂ ਰਿਵਰ ਐਂਡ ਬੋਟ ਪ੍ਰੋਬਲਮਸ ਦੇ ਨਾਲ, ਦੈਟ ਮੀਨਸ ਆਪਾਂ ਸਿੰਪਲ ਜੀ ਗੱਲ ਹੈ ਰਿਲੇਟਿਵ ਵੈਲੋਸਿਟੀ ਕੱਢਣੀ ਆ ਬੋਟ ਦੀ ਵਿਦ ਰਿਸਪੈਕਟ ਟੂ ਦ ਰਿਵਰ, ਠੀਕ ਹੈ। एंड ऑफ कोर्स सारे ਨੂੰ ਹੁਣ ਤਾਂ ਪਤਾ ਲੱਗ ਗਿਆ ਹੋਊਗਾ, ਦਿਸ ਇਜ਼ ਵੈਰੀ ਈਜ਼ੀ ਥਿੰਗ। ਰਿਲੇਟਿਵ ਵੈਲੋਸਿਟੀ ਇਨ 2 ਡਾਈਮੈਂਸ਼ਨ ਸੇ ਵੀ ਪੜ ਚੁੱਕੇ ਹਾਂ, 1D 'ਚ ਵੀ ਆਹੀ ਪੜਿਆ ਸੀਗਾ, VB ਵੈਕਟਰ ਮਾਈਨਸ VBR ਵੈਕਟਰ, ਇਸ ਤਰੀਕੇ ਨਾਲ ਇਹਨੂੰ ਲਿਖ ਸਕਦੇ ਹਾਂ। ਦੈਟ ਮੀਨਸ ਆ ਇੱਥੇ ਤਿੰਨ ਵੈਕਟਰਸ ਇਨਵੋਲਵਡ ਨੇ, ਆਹੀ ਤਿੰਨ ਵੈਕਟਰਸ ਇੱਥੇ ਨੇ ਤਾਂ ਕਲੀਅਰਲੀ ਆਪਾਂ ਨੂੰ ਦਿਖ ਰਿਹਾ। ਲੇਕਿਨ ਮੇਨ ਥਿੰਗ ਇਹ ਹੈ ਕਿ ਹੁਣ ਇਹਨਾਂ ਤਿੰਨਾਂ ਚੋਂ ਕਿਹੜਾ ਵੈਕਟਰ ਕੌਣ ਹੈ, ਰਾਈਟ। ਸਭ ਤੋਂ ਈਜ਼ੀ ਤਾਂ ਹੈਗਾ ਦਿਸ ਵਨ, ਬਿਕੋਜ਼ ਆਪਾਂ ਆਲਰੇਡੀ ਕਿਹਾ ਸੀਗਾ ਕਿ ਆ ਹੈਗਾ ਰਿਵਰ ਦੀ ਵੈਲੋਸਿਟੀ ਕਿ ਲੈਟਸ ਸੇ ਜਿਵੇਂ ਆਪਾਂ ਕਿਹਾ ਸੀਗਾ 20 ਕਿਲੋਮੀਟਰ ਪਰ ਆਰ ਦੀ ਸਪੀਡ ਦੇ ਨਾਲ ਇਸ ਪਾਰਟਿਕੂਲਰ ਡਾਇਰੈਕਸ਼ਨ 'ਚ ਮੂਵ ਕਰ ਰਿਹਾ ਪਾਣੀ। ਸੋ ਆ ਹੋ ਗਿਆ ਆਪਣਾ VR, ਠੀਕ ਹੈ, ਵੈਲੋਸਿਟੀ ਆਫ ਰਿਵਰ, ਜਾਂ ਫਿਰ ਇਹਨੂੰ ਆਪਾਂ ਸਿੱਧਾ ਪਹਿਲਾਂ ਵੈਕਟਰ ਫਾਰਮ 'ਚ ਹੀ ਲਿਖਦੇ ਹਾਂ, ਠੀਕ ਹੈ। ਇਹਦਾ ਮੈਗਨੀਟਿਊਡ ਆਪਾਂ ਨੂੰ ਸਪੀਡ ਦੇ ਦੇਗਾ ਵਾਟਰ ਦੀ, ਹੈ ਨਾ। ਹੁਣ ਜਿਹੜੇ ਆ ਦੋ ਵੈਕਟਰਸ ਬਚੇ, ਇੰਟਰਸਟਿੰਗ ਚੀਜ਼ ਇਹਨਾਂ ਬਾਰੇ ਹੈ ਕਿ ਇਹਨਾਂ ਦੋਨਾਂ ਦੇ ਵਿੱਚੋਂ VB ਵੈਕਟਰ ਕੌਣ ਹੈ ਐਂਡ VBR ਵੈਕਟਰ ਕੌਣ ਹੈ, ਵੈਲੋਸਿਟੀ ਆਫ ਬੋਟ ਕੌਣ ਹੈ ਐਂਡ ਵੈਲੋਸਿਟੀ ਆਫ ਬੋਟ ਵਿਦ ਰਿਸਪੈਕਟ ਟੂ ਦ ਰਿਵਰ ਕੌਣ ਹੈ। ਪਹਿਲਾਂ ਖੁਦ ਤੋਂ ਸੋਚੋ ਕਿ ਆ VB ਹੋਏਗਾ ਕਿ ਆ VB, ਸਿਮਿਲਰਲੀ ਆ VBR ਹੋਏਗਾ ਜਾਂ ਆ VBR ਹੋਗਾ, ਠੀਕ ਹੈ। ਐਂਡ ਦ ਆਂਸਰ ਇਜ਼ this quantity is VB vector and this quantity over here is VBR vector। ਦੇਖੋ ਇਦਾਂ ਕਿਉਂ ਹੈ, ਇਹਨੂੰ ਮੈਂ ਐਕਸਪਲੇਨ ਕਰਦਾ। ਸਭ ਤੋਂ ਪਹਿਲਾਂ ਜਿਹੜਾ ਐਕਸਪ੍ਰੈਸ਼ਨ ਲਿਖਿਆ ਹੈ, ਠੀਕ ਹੈ, ਦੇਖੋ ਹਰ ਇੱਕ ਵੈਲੋਸਿਟੀ ਦੇ ਲਈ ਆਪਾਂ ਨੂੰ ਕੋਈ ਨਾ ਕੋਈ ਰੈਫਰੈਂਸ ਪੁਆਇੰਟ ਚਾਹੀਦਾ ਹੁੰਦਾ ਹੈ, ਜਾਂ ਕੋਈ ਨਾ ਕੋਈ ਕਹਿ ਲਓ ਆਬਜ਼ਰਵਰ ਚਾਹੀਦਾ ਹੈ। ਫੋਰ ਐਗਜ਼ਾਮਪਲ ਆ ਜਿਹੜੀ ਵੈਲੋਸਿਟੀ ਆਫ B ਹੈ ਇਹ ਵਿਦ ਰਿਸਪੈਕਟ ਟੂ R ਹੈ, ਇੱਥੇ R ਆਬਜ਼ਰਵਰ ਹੈ। ਲੇਕਿਨ ਵਟ ਅਬਾਊਟ ਦੀਸ, ਇਹਨਾਂ ਲਈ ਵੀ ਤਾਂ ਕੋਈ ਨਾ ਕੋਈ ਆਬਜ਼ਰਵਰ ਹੋਊਗਾ ਨਾ। ਜਿੱਥੇ ਆਪਾਂ ਕੁਝ ਨਹੀਂ ਲਿਖਿਆ ਹੁੰਦਾ ਨਾ, ਇੱਥੇ ਆਬਜ਼ਰਵਰ ਕੌਣ ਹੁੰਦਾ ਹੈ, ਦੈਟ ਇਜ਼ ਦ ਗਰਾਊਂਡ। ਗਰਾਊਂਡ ਤੇ ਬੈਠਾ ਕੋਈ ਵੀ ਬੰਦਾ ਹੋ ਸਕਦਾ ਜਿਹੜਾ ਰੈਸਟ ਤੇ ਹੈ, ਰਾਈਟ। ਬਾਏ ਦ ਵੇ ਜ਼ਰੂਰੀ ਵੀ ਨਹੀਂ, ਰਾਈਟ। ਬਸ ਇਹ ਹੈ ਕਿ ਜੋ ਆਬਜ਼ਰਵਰ ਇੱਥੇ ਹੈ ਉਹੀ ਆਬਜ਼ਰਵਰ ਇੱਥੇ ਹੋਣਾ ਚਾਹੀਦਾ। ਹੋ ਸਕਦਾ ਆਹ ਵਾਲਾ ਆਬਜ਼ਰਵਰ ਮੂਵ ਕਰ ਰਿਹਾ ਹੋਵੇ, ਉਹੀ ਆਬਜ਼ਰਵਰ ਇੱਧਰ ਆਪਾਂ ਕੰਸੀਡਰ ਕਰ ਲਾਂਗੇ, ਰਾਈਟ। ਬਟ ਇਨ ਮੋਸਟ ਆਫ ਦ ਕੇਸਿਸ ਆਪਾਂ ਇਹ ਕੰਸੀਡਰ ਕਰਕੇ ਚੱਲਦੇ ਹਾਂ ਕਿ ਇੱਥੇ ਜਿਹੜਾ ਬੰਦਾ ਹੈਗਾ ਗਰਾਊਂਡ ਤੇ ਇੱਕਦਮ ਰੈਸਟ ਤੇ ਬੈਠਾ ਹੈ, ਫੋਰ ਦ ਸੇਕ ਆਫ ਸਿੰਪਲੀਸਿਟੀ, ਠੀਕ ਹੈ। ਚਲੋ ਹੁਣ ਦੇਖੋ ਆ ਲੈਟਸ ਸਪੋਜ਼ ਇੱਕ ਆਬਜ਼ਰਵਰ ਹੈ ਜਿਹੜਾ ਗਰਾਊਂਡ ਤੇ ਇੱਥੇ ਖੜਾ, ਰਾਈਟ, ਬਿਲਕੁਲ ਰੈਸਟ ਤੇ, ਇਹਦੀ ਵੈਲੋਸਿਟੀ ਬਿਲਕੁਲ ਨਹੀਂ ਹੈ, 0 ਹੈ, ਠੀਕ ਹੈ। ਹੁਣ ਇਹਨੂੰ ਜੇ ਆ ਆਬਜ਼ਰਵ ਕਰੂਗਾ ਇਸ ਬੋਟਮੈਨ ਨੂੰ, ਤਾਂ ਇਹਨੂੰ ਕੀ ਲੱਗੇਗਾ ਜਿਹੜਾ ਬੋਟਮੈਨ ਸੀਗਾ ਉਹ ਕਿੱਥੇ ਪਹੁੰਚਿਆ, B ਤੇ ਜਾਂ C ਤੇ। ਕਾਮਨ ਜੀ ਸਿੰਪਲ ਜਿਹਾ ਕੁਐਸਚਨ ਹੈ, ਉਹਨੂੰ ਤਾਂ ਹੀ ਲੱਗੂਗਾ ਕਿ ਜਿਹੜਾ ਬੰਦਾ ਸੀਗਾ ਬੋਟਮੈਨ ਸੀਗਾ ਉਹ ਕਿੱਥੇ ਪਹੁੰਚਿਆ, C ਤੇ, ਬਿਕੋਜ਼ ਖੁਦ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇੱਧਰ ਨੂੰ, ਰਾਈਟ, ਵਿਦ ਦਿਸ ਵੈਲੋਸਿਟੀ। ਬਟ ਐਕਚੁਅਲ 'ਚ ਰਿਵਰ ਨੇ ਉਹਨੂੰ ਧੱਕਾ ਦਿੱਤਾ ਤਾਂ ਕਰਕੇ ਉਹ ਇਸ ਪਾਰਟਿਕੂਲਰ ਪੁਆਇੰਟ ਤੇ ਪਹੁੰਚ ਰਿਹਾ C ਪੁਆਇੰਟ ਤੇ। ਓਵਰਆਲ ਤਾਂ ਆ ਜਿਹੜਾ ਬੰਦਾ ਬਾਹਰ ਖੜਾ ਰੈਸਟ ਤੇ, ਇਹਨੂੰ ਤਾਂ ਹੀ ਲੱਗ ਰਿਹਾ ਕਿ ਜਿਹੜਾ ਬੋਟਮੈਨ ਹੈ ਉਹ C ਪੁਆਇੰਟ ਤੇ ਪਹੁੰਚ ਰਿਹਾ, ਦੈਟ ਮੀਨਸ ਉਹਦੀ ਵੈਲੋਸਿਟੀ ਜਿਹੜੀ ਹੈਗੀ ਹੈ ਉਹ ਕੀ ਹੈ, ਬੇਸਿਕਲੀ ਬੋਟ ਦੀ ਵੈਲੋਸਿਟੀ ਵਿਦ ਰਿਸਪੈਕਟ ਟੂ ਦ ਗਰਾਊਂਡ, ਬਿਕੋਜ਼ ਆਬਜ਼ਰਵਰ ਕੌਣ ਹੈ ਇੱਥੇ, ਗਰਾਊਂਡ ਤੇ ਬੈਠਾ ਇੱਕ ਬੰਦਾ,
ठीक है, ਤਾਂ ਕਰਕੇ ਆ ਕੁਆਂਟੀਟੀ ਨੂੰ ਆਪਾਂ ਕੀ ਲਿਖਦੇ ਹਾਂ VBG ਜਾਂ ਫਿਰ ਸਿੰਪਲੀ VB। ਹੁਣ ਇਹਦੀ ਗੱਲ ਕਰਦੇ ਹਾਂ, ਇਹਨੂੰ ਆਪਾਂ VBR ਵੈਕਟਰ ਕਾਹਤੋਂ ਲਿਖਿਆ, ਆਹੀ ਆਬਜ਼ਰਵਰ ਜਿਹੜਾ ਇੱਥੇ ਪਹਿਲਾਂ ਖੜਾ ਸੀਗਾ, ਲੈਟਸ ਸਪੋਜ਼ ਇਹਨੂੰ ਆਪਾਂ ਇੱਥੋਂ ਹਟਾ ਕੇ ਆਪਾਂ ਰਿਵਰ 'ਚ ਪਾ ਦਈਏ ਇੱਥੇ। ਠੀਕ ਹੈ, ਹੁਣ ਜਿਵੇਂ ਜਿਵੇਂ ਰਿਵਰ ਲੈਟਸ ਸਪੋਜ਼ 20 ਕਿਲੋਮੀਟਰ ਪਰ ਆਵਰ ਦੇ ਨਾਲ ਮੂਵ ਕਰ ਰਹੀ ਹੈ ਇਸ ਡਾਇਰੈਕਸ਼ਨ 'ਚ, ਉਵੇਂ ਉਵੇਂ ਆਹ ਵਾਲਾ ਜਿਹੜਾ ਪਰਸਨ ਹੈ ਨਾ, ਇਹ ਵੀ ਨਾਲ ਦੀ ਨਾਲ ਮੂਵ ਕਰ ਰਿਹਾ ਇਨ ਸੇਮ ਡਾਇਰੈਕਸ਼ਨ। ਠੀਕ ਹੈ, ਦੈਟ ਮੀਨਸ ਹੁਣ ਆਬਜ਼ਰਵਰ ਨੂੰ ਕੀ ਲੱਗੇਗਾ ਕਿ ਜਿਹੜਾ ਬੋਟਮੈਨ ਹੈ ਉਹ ਕਿੱਧਰ ਨੂੰ ਜਾ ਰਿਹਾ ਹੈ, ਕਿੰਨੀ ਵੈਲੋਸਿਟੀ ਨਾਲ ਜਾ ਰਿਹਾ ਹੈ। ਜੇ ਤਾਂ ਮੈਂ ਪਹਿਲਾਂ ਗੱਲ ਕਰਾਂ ਇਸ ਡਾਇਰੈਕਸ਼ਨ ਦੀ, ਜਿਹੜਾ ਆਬਜ਼ਰਵਰ ਹੈ ਉਹ ਵੀ ਸੇਮ ਡਾਇਰੈਕਸ਼ਨ 'ਚ ਸੇਮ ਮੈਗਨੀਟਿਊਡ ਦੇ ਨਾਲ ਜਾ ਰਿਹਾ ਹੈ, VR ਇਜ਼ ਦਾ ਮੈਗਨੀਟਿਊਡ, ਹੈ ਨਾ। ਸਿਮਿਲਰਲੀ ਜਿਹੜਾ ਬੋਟਮੈਨ ਹੈ ਉਹ ਵੀ ਸੇਮ ਡਾਇਰੈਕਸ਼ਨ 'ਚ ਸੇਮ ਮੈਗਨੀਟਿਊਡ ਦੇ ਨਾਲ ਜਾਏਗਾ, VR ਦੇ ਨਾਲ। ਦੈਟ ਮੀਨਸ ਜੇ ਆਪਾਂ ਇਸ ਡਾਇਰੈਕਸ਼ਨ 'ਚ ਗੱਲ ਕਰੀਏ ਤਾਂ ਦੋਨਾਂ ਦੀ, ਆਬਜ਼ਰਵਰ ਦੀ ਤੇ ਬੋਟਮੈਨ ਦੀ ਰਿਲੇਟਿਵ ਵੈਲੋਸਿਟੀ ਕਿੰਨੀ ਹੈ, 0। ਦੋਨਾਂ ਨੂੰ ਲੱਗੇਗਾ ਹੀ ਨਹੀਂ ਕਿ ਦੋਨਾਂ ਚੋਂ ਕੋਈ ਵੀ ਬੰਦਾ ਇਸ ਪਾਰਟਿਕੂਲਰ ਡਾਇਰੈਕਸ਼ਨ 'ਚ ਮੂਵ ਵੀ ਕਰ ਰਿਹਾ ਇੱਕ ਤਰੀਕੇ ਨਾਲ, ਬਿਕੋਜ਼ ਨਾਲ ਦੀ ਨਾਲ ਦੋਨੋਂ ਮੂਵ ਕਰ ਰਹੇ ਨੇ। ਦੋਨਾਂ ਦੇ ਵਿੱਚ ਜਿਹੜਾ ਡਿਸਟੈਂਸ ਵੀ ਹੋਊਗਾ ਉਹ ਵੀ ਕੀ ਰਹੂਗਾ, ਐਗਜ਼ੈਕਟਲੀ ਸੇਮ ਇਸ ਡਾਇਰੈਕਸ਼ਨ ਦੀ ਜੇ ਮੈਂ ਗੱਲ ਕਰਾਂ। ਲੇਕਿਨ ਵਟ ਅਬਾਊਟ ਦਿਸ ਡਾਇਰੈਕਸ਼ਨ, ਆ ਜਿਹੜਾ ਆਬਜ਼ਰਵਰ ਹੈ ਇਹ ਉਧਰ ਨੂੰ ਨਹੀਂ ਜਾ ਰਿਹਾ ਹੈਗਾ, ਇਹ ਤਾਂ ਬਸ ਜਿੱਧਰ ਨੂੰ ਨਦੀ ਜਾ ਰਹੀ ਹੈ ਉਧਰ ਨੂੰ ਜਾ ਰਿਹਾ ਹੈ। ਲੇਕਿਨ ਜਿਹੜਾ ਬੋਟਮੈਨ ਹੈ ਉਹ ਉਸ ਡਾਇਰੈਕਸ਼ਨ 'ਚ ਜ਼ਰੂਰ ਜਾ ਰਿਹਾ ਹੈ। ਦੈਟ ਮੀਨਸ ਆ ਜਿਹੜਾ ਆਬਜ਼ਰਵਰ ਹੈ ਰਿਵਰ 'ਚ ਬੈਠਾ, ਰਾਈਟ, ਜਾਂ ਫਿਰ ਰਿਵਰ ਦੇ ਨਾਲ ਸੌਰੀ ਮੂਵ ਕਰ ਰਿਹਾ ਹੈ, ਉਹਨੂੰ ਐ ਲੱਗੇਗਾ ਕਿ ਜਿਹੜਾ ਬੋਟਮੈਨ ਹੈ ਉਹ A ਪੁਆਇੰਟ ਤੋਂ ਕਿੱਥੇ ਜਾ ਰਿਹਾ ਹੈ, ਡਾਇਰੈਕਟਲੀ B ਪੁਆਇੰਟ ਤੇ। ਠੀਕ ਹੈ, ਸੋ ਦੈਟਸ ਵਾਈ ਆਹ ਵਾਲੀ ਜਿਹੜੀ ਕੁਆਂਟੀਟੀ ਹੈ ਇਹਨੂੰ ਆਪਾਂ ਕੀ ਲਿਖਿਆ ਹੋਇਆ, ਵੈਲੋਸਿਟੀ ਆਫ ਬੋਟ ਵਿਦ ਰਿਸਪੈਕਟ ਟੂ ਦਾ ਰਿਵਰ, ਬਿਕੋਜ਼ ਆਬਜ਼ਰਵਰ ਹੁਣ ਕਿੱਥੇ ਹੈ, ਰਿਵਰ ਦੇ ਵਿੱਚ। ਸੋ ਆ ਬਸ ਛੋਟੀ ਛੋਟੀ ਚੀਜ਼ਾਂ ਨੇ, ਇਹ ਕਲੀਅਰ ਹੋਣੀਆਂ ਚਾਹੀਦੀਆਂ ਨੇ। ਡੈਰੀਵੇਸ਼ਨ ਵੀ ਪ੍ਰੋਪਰਲੀ ਸਮਝ ਲੱਗ ਜੂਗੀ, ਨਿਊਮੈਰੀਕਲਸ ਵੀ ਸਾਰੇ ਸੋਲਵ ਹੋ ਜਾਣੇ। ਠੀਕ ਹੈ, ਬਸ ਆ ਧਿਆਨ ਰੱਖਿਓ ਕਿ ਦਿਸ ਇਜ਼ ਦਾ ਵੈਲੋਸਿਟੀ ਆਫ ਰਿਵਰ, ਇਹ ਹੋਗੀ ਵੈਲੋਸਿਟੀ ਆਫ ਬੋਟ ਵਿਦ ਰਿਸਪੈਕਟ ਟੂ ਦਾ ਗਰਾਊਂਡ ਹੈ, ਡਾਇਰੈਕਟਲੀ ਇਹਨੂੰ ਆਪਾਂ VB ਵੈਕਟਰ ਲਿਖ ਦਿੰਦੇ ਆ। ਐਂਡ ਕਿੱਧਰ ਨੂੰ ਜਾਣਾ ਚਾਹ ਰਿਹਾ ਸੀ ਐਕਚੁਅਲ 'ਚ, ਉਹ ਕੀ ਹੁੰਦਾ ਹੈ, ਵੈਲੋਸਿਟੀ ਆਫ ਦਾ ਬੋਟ ਵਿਦ ਰਿਸਪੈਕਟ ਟੂ ਦਾ ਰਿਵਰ। ਹੁਣ ਆਪਾਂ ਕਰਦੇ ਹਾਂ ਡੈਰੀਵੇਸ਼ਨ। ਸੋ ਲੈਟਸ ਸੇ ਦਿਸ ਇਜ਼ ਅ ਰਿਵਰ ਜਿਹਦੀ ਵਿਡਥ ਲੈਟਸ ਸਪੋਜ਼ ਤੁਹਾਨੂੰ ਗਿਵਨ ਹੈਗੀ ਹੈ ਸਮਾਲ d। ਇੱਕ ਪਰਸਨ, ਇੱਕ ਬੋਟਮੈਨ A ਪੁਆਇੰਟ ਤੋਂ B ਪੁਆਇੰਟ ਦੇ ਵੱਲ ਸਿੱਧਾ ਬੋਟ ਨੂੰ ਰੋ ਕਰਕੇ ਜਾਣਾ ਚਾਹ ਰਿਹਾ ਸੀਗਾ ਵਿਦ ਵੈਲੋਸਿਟੀ VBR ਵੈਕਟਰ, ਬਟ ਪਾਣੀ ਨੇ ਵੀ ਇਹਨੂੰ ਕੁਝ ਡਿਸਪਲੇਸ ਕੀਤਾ, ਉਹਦੀ ਖੁਦ ਦੀ ਵੀ ਵੈਲੋਸਿਟੀ ਸੀਗੀ, ਸੋ ਦੈਟ ਇਜ਼ VR ਵੈਕਟਰ। ਐਂਡ ਓਵਰਆਲ ਜੋ ਬੰਦੇ ਦੀ ਡਾਇਰੈਕਸ਼ਨ ਹੈ, ਜੋ ਬੋਟਮੈਨ ਹੈ, ਦੈਟ ਇਜ਼ this one, that is VB vector with respect to ground ਹੈ ਜਿਹੜੀ ਕੀ ਹੈ ਨਾ। ਹੁਣ ਦੇਖੋ ਸਾਡੇ ਲਈ ਸਭ ਤੋਂ ਇੰਪੋਰਟੈਂਟ ਕੁਆਂਟੀਟੀ ਆਹ ਵਾਲੀ ਹੈ ਕਿ ਆਹ ਵਾਲੀ, ਆਫ ਕੋਰਸ ਜਿਹੜੀ ਆ VB ਹੈ, ਬਿਕੋਜ਼ ਆ VBR ਕੀ ਹੈ ਕਿ ਐਕਚੁਅਲ 'ਚ ਬੰਦਾ ਕਿੰਨੀ ਵੈਲੋਸਿਟੀ ਦੇ ਨਾਲ ਜਾਣਾ ਚਾਹ ਰਿਹਾ ਸੀ ਤੇ ਕਿੱਧਰ ਜਾਣਾ ਚਾਹ ਰਿਹਾ ਸੀਗਾ, ਬਟ ਵੀ ਆਰ ਨਾਟ ਇੰਟਰਸਟਿਡ ਇਨ ਕਿ ਉਹ ਕਿੱਧਰ ਜਾਣਾ ਚਾਹ ਰਿਹਾ ਸੀਗਾ। ਠੀਕ ਹੈ, ਆਪਾਂ ਨੂੰ ਇੰਟਰਸਟ ਇਹ 'ਚ ਹੈ ਕਿ ਉਹ ਬੰਦਾ ਐਕਚੁਅਲ 'ਚ ਕਿੱਥੇ ਪਹੁੰਚਿਆ ਐਂਡ ਕਿੰਨੀ ਵੈਲੋਸਿਟੀ ਦੇ ਨਾਲ ਪਹੁੰਚਿਆ ਐਜ਼ ਆਬਜ਼ਰਵਡ ਫਰੋਮ ਦਾ ਗਰਾਊਂਡ, ਰਾਈਟ। ਸੋ ਦੈਟਸ ਵਾਈ ਆਪਣੇ ਲਈ ਆਹ ਵਾਲੀ ਕੁਆਂਟੀਟੀ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ, ਸੋ ਇਸ ਕੁਆਂਟੀਟੀ ਦਾ ਆਪਾਂ ਕੀ ਕੈਲਕੂਲੇਟ ਕਰਨਾ ਹੈ, ਪਹਿਲਾਂ ਮੈਗਨੀਟਿਊਡ ਐਂਡ ਡਾਇਰੈਕਸ਼ਨ। ਲੈਟਸ ਸੀ, ਪਹਿਲਾਂ ਕੈਲਕੂਲੇਟ ਕਰਦੇ ਹਾਂ ਮੈਗਨੀਟਿਊਡ। ਮੈਗਨੀਟਿਊਡ ਕੈਲਕੂਲੇਟ ਕਰਨ ਦੇ ਲਈ ਆਪਾਂ ਨੂੰ ਪਤਾ ਕਿ ਆ ਜਿਹੜੀ ਟ੍ਰਾਇੰਗਲ ਹੈ, ਦਿਸ ਇਜ਼ ਰਾਈਟ ਐਂਗਲਡ ਟ੍ਰਾਇੰਗਲ, ਬਿਕੋਜ਼ ਆ ਐਂਗਲ 90 ਹੈ। ਸੋ ਆਪਾਂ ਪਾਇਥਾਗੋਰਸ ਥਿਊਰਮ ਨੂੰ ਯੂਜ਼ ਕਰਦੇ ਹਾਂ ਐਂਡ ਈਜ਼ੀਲੀ ਇਹਦਾ ਮੈਗਨੀਟਿਊਡ ਕੈਲਕੂਲੇਟ ਹੋ ਜਾਊਗਾ। ਸੋ VB ਸਕੁਅਰ that is equals to VBR square plus VR square, and of course ਇੱਥੇ ਸਕੁਅਰ ਹੈ, ਆਪਾਂ ਇੱਥੇ ਅੰਡਰ ਰੂਟ ਲਿਖ ਸਕਦੇ ਹਾਂ। and this is our result, this is the magnitude of VB vector, ਇਸ vector ਦਾ magnitude ਆ ਗਿਆ VB, right। second thing is to calculate the direction, that means ਆ ਥੀਟਾ ਕਿਸੇ ਤਰੀਕੇ ਨਾਲ ਕੈਲਕੂਲੇਟ ਹੋ ਜੇ। ਇਹਦੇ ਲਈ ਆਪਾਂ ਕੀ ਕਰਾਂਗੇ, ਲੈਟਸ ਸੇ ਆਪਾਂ tan ਥੀਟਾ ਕੈਲਕੂਲੇਟ ਕਰਦੇ ਹਾਂ। tan ਥੀਟਾ is given by perpendicular by base। ਜੇ ਇੱਥੇ ਥੀਟਾ ਬਣ ਰਿਹਾ, ਲੈਟ ਮੀ ਚੇਂਜ ਕਲਰ, ਆਹ ਵਾਲੀ ਸਾਈਡ ਆਪਾਂ ਨੂੰ ਪਤਾ ਹੈ that is hypotenuse, right। ਆਹ ਵਾਲੀ ਸਾਈਡ ਹੋ ਜੂਗੀ perpendicular and this side will become the base because angle ਇੱਧਰ ਬਣ ਰਿਹਾ, right। so perpendicular by base, perpendicular ਦੀ ਵੈਲਿਊ ਆਪਾਂ ਕੋਲ ਆ ਗਈ VR divided by base ਦੀ ਜਿਹੜੀ ਵੈਲਿਊ ਹੈਗੀ ਉਹ ਆਪਾਂ ਕੋਲ ਆ ਰਹੀ ਹੈ VBR। ਇੱਥੋਂ ਆਪਾਂ ਈਜ਼ੀਲੀ ਕੀ ਕਰ ਸਕਦੇ ਹਾਂ, tan ਥੀਟਾ ਤੋਂ ਥੀਟਾ ਫਾਈਂਡ ਕਰ ਸਕਦੇ ਹਾਂ। theta is given as tan inverse VR divided by VBR, got it। ਇਹ ਰਿਲੇਸ਼ਨ ਹੋ ਗਿਆ ਆਪਣਾ ਥੀਟਾ ਦਾ। ਸੋ ਆਪਾਂ ਮੈਗਨੀਟਿਊਡ ਵੀ ਕੈਲਕੂਲੇਟ ਕਰ ਲਿਆ ਆਹ ਵਾਲੀ ਕੁਆਂਟੀਟੀ ਦਾ VB ਵੈਕਟਰ ਦਾ, ਐਂਡ ਆਪਾਂ ਡਾਇਰੈਕਸ਼ਨ ਵੀ ਇੱਥੇ ਕੈਲਕੂਲੇਟ ਕਰ ਚੁੱਕੇ ਹਾਂ ਬਿਕੋਜ਼ ਆਪਾਂ ਕੋਲ ਥੀਟਾ ਵੀ ਆ ਚੁੱਕਿਆ। ਇਸ ਤੋਂ ਇਲਾਵਾ ਅਲੱਗ-ਅਲੱਗ ਨਿਊਮੈਰੀਕਲਸ 'ਚ ਕਾਫੀ ਚੀਜ਼ਾਂ ਆਲਦੋ ਪੁੱਛੀਆਂ ਹੋ ਸਕਦੀਆਂ, ਬਟ ਜਿਹੜੀ ਮੇਜਰ ਚੀਜ਼ ਤੁਹਾਨੂੰ ਪੁੱਛੀ ਜਾਂਦੀ ਹੈ ਨਾ, ਉਹ ਕੀ ਹੁੰਦਾ ਹੈ ਕਿ ਆ ਨਦੀ ਦੇ ਕਰਕੇ ਓਵਰਆਲ ਡਿਸਪਲੇਸਮੈਂਟ ਕਿੰਨੀ ਹੋਈ ਉਸ ਪਾਰਟਿਕੂਲਰ ਸਵਿਮਰ ਦੀ ਜਾਂ ਫਿਰ ਉਸ ਪਾਰਟਿਕੂਲਰ ਬੋਟਮੈਨ ਦੀ, ਰਾਈਟ। ਸੋ ਆ ਜਿਹੜਾ ਡਿਸਟੈਂਸ ਹੈ ਨਾ, ਦੈਟ ਇਜ਼
B ਤੋਂ ਲੈ ਕੇ C ਤੱਕ ਦਾ ਡਿਸਟੈਂਸ, ਇਹਨੂੰ ਆਪਾਂ ਕਹਿੰਦੇ ਆ ਟੋਟਲ ਡ੍ਰਿਫਟ। ਠੀਕ ਹੈ, ਬੋਡੀ ਟੋਟਲ ਕਿੰਨੀ ਡ੍ਰਿਫਟ ਹੋਈ ਨਦੀ ਦੀ ਡਾਇਰੈਕਸ਼ਨ 'ਚ। ਸੋ ਇਹਨੂੰ ਆਪਾਂ ਕੈਲਕੂਲੇਟ ਕਰਨਾ ਹੈ ਕਿ ਟੋਟਲ ਡ੍ਰਿਫਟ ਕਿੰਨੀ ਹੈ। ਸੋ ਇੱਥੇ ਆਪਾਂ ਲਿਖ ਦਿੰਦੇ ਆ ਟੋਟਲ ਡ੍ਰਿਫਟ ਆਫ ਦਾ ਸਵਿਮਰ ਵੀ ਹੋ ਸਕਦਾ, ਟੋਟਲ ਡ੍ਰਿਫਟ ਆਫ ਦਾ ਬੋਟਮੈਨ ਵੀ ਹੋ ਸਕਦਾ ਹੈ। ਸੋ ਇਹਨੂੰ ਦੇਖਦੇ ਹਾਂ ਕਿਵੇਂ ਕੈਲਕੂਲੇਟ ਕਰਾਂਗੇ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਆਹ ਡਿਸਟੈਂਸ ਦੀ, ਆਪਾਂ ਨੂੰ ਡਿਸਟੈਂਸ BC ਕੰਸੀਡਰ ਕਰਨਾ ਪਊਗਾ। ਐਗਜ਼ੈਕਟਲੀ ਵੈਲਿਊ ਤਾਂ ਆਪਾਂ ਕੋਲ ਹੈ ਨਹੀਂ ਗਈ ਹੈ ਨਾ। ਐਂਡ ਇਸ ਪਰਟੀਕੂਲਰ ਡਾਇਰੈਕਸ਼ਨ 'ਚ ਵੈਲੋਸਿਟੀ ਕਿੰਨੀ ਹੈ ਉਹ ਆਪਾਂ ਨੂੰ ਪਤਾ ਹੈ, ਦੈਟ ਇਜ਼ VR ਵੈਕਟਰ। ਸੋ ਦੇਖੋ ਆਪਾਂ ਆਹ ਚੀਜ਼ ਯੂਜ਼ ਕਰ ਸਕਦੇ ਹਾਂ ਕਿ ਸਪੀਡ ਇਜ਼ ਇਕੁਅਲਸ ਟੂ ਡਿਸਟੈਂਸ ਬਾਈ ਟਾਈਮ। ਦੈਟ ਮੀਨਸ VR ਇਜ਼ ਇਕੁਅਲਸ ਟੂ ਡਿਸਟੈਂਸ BC ਡਿਵਾਈਡਡ ਬਾਈ ਟਾਈਮ। ਆ ਕਿਹੜਾ ਟਾਈਮ ਹੈ? ਟੋਟਲ ਟਾਈਮ, ਜਿੰਨੇ ਟਾਈਮ ਦੇ ਦੌਰਾਨ ਆ ਬੰਦਾ ਜਿਹੜਾ ਬੋਟਮੈਨ ਸੀ ਉਹ ਪਾਣੀ 'ਚ ਰਿਹਾ, ਜਾਂ ਫਿਰ ਤੁਸੀਂ ਕਹਿ ਲਓ ਟੋਟਲ ਜਰਨੀ ਦੇ ਲਈ ਉਹਨੂੰ ਕਿੰਨਾ ਟਾਈਮ ਲੱਗਿਆ A ਤੋਂ C ਤੱਕ ਪਹੁੰਚਣ ਦੇ ਲਈ। ਠੀਕ ਹੈ, ਹਾਂ ਹੁਣ ਇਹ ਗੱਲ ਹੈ, ਜੇ ਕੋਈ ਬਾਹਰੋਂ ਦੇਖੂਗਾ ਤਾਂ ਉਹ ਕਹੂਗਾ ਕਿ A ਤੋਂ C ਤੱਕ ਪਹੁੰਚਣ ਦੇ ਲਈ ਕਿੰਨਾ ਟਾਈਮ ਲੱਗਿਆ। ਸਿਮਿਲਰਲੀ ਜੇ ਕੋਈ ਬੰਦਾ ਰਿਵਰ ਦੇ ਵਿੱਚ ਹੀ ਹੈ ਤਾਂ ਉਹ ਕਹੂਗਾ ਕਿ A ਤੋਂ B ਤੱਕ ਪਹੁੰਚਣ ਦੇ ਲਈ ਕਿੰਨਾ ਟਾਈਮ ਲੱਗਿਆ। ਜਾਂ ਫਿਰ ਜੇ ਆਪਾਂ ਨਦੀ ਦੀ ਗੱਲ ਕਰੀਏ ਤਾਂ ਆਪਾਂ ਗੱਲ ਕਰਾਂਗੇ ਕਿ ਨਦੀ ਨੇ ਟੋਟਲ ਕਿੰਨੇ ਟਾਈਮ ਦੇ ਲਈ ਬੇਸਿਕਲੀ ਉਹਨੂੰ ਡ੍ਰਿਫਟ ਕੀਤਾ। ਗੱਲ ਉਹੀ ਹੈ, ਰਾਈਟ। ਇਹ ਨਹੀਂ ਹੈਗਾ ਕਿ ਇਹਦੇ ਕੇਸ ਦੇ ਲਈ ਟਾਈਮ T ਤੁਸੀਂ ਹੋਰ ਕੰਸੀਡਰ ਕਰਨਾ ਹੈ, ਆਹ ਸਾਈਡ ਕੰਸੀਡਰ ਕਰ ਰਹੇ ਆ ਤਾਂ ਟਾਈਮ ਕੁਝ ਹੋਰ ਕੰਸੀਡਰ ਕਰਨਾ ਹੈ। ਬਿਲਕੁਲ ਨਹੀਂ, ਇਹ ਗਲਤੀ ਨਾ ਕਰ ਦਿਓ ਬਸ। ਠੀਕ ਹੈ, T ਬੇਸਿਕਲੀ ਉਹੀ ਚੀਜ਼ ਹੈ ਕਿ ਟੋਟਲ ਕਿੰਨੇ ਟਾਈਮ ਦੇ ਲਈ ਜਿਹੜਾ ਬੰਦਾ ਸੀਗਾ ਉਹ ਪਾਣੀ 'ਚ ਰਿਹਾ ਹੈ, ਜਾਂ ਟੋਟਲ ਜਰਨੀ ਦਾ ਕਿੰਨਾ ਟਾਈਮ ਸੀਗਾ। ਗੋਟ ਇਟ। ਹੁਣ ਇੱਥੋਂ BC ਨੂੰ ਆਪਾਂ ਇੱਕ ਤਾਂ ਇੱਦਾਂ ਲਿਖ ਸਕਦੇ ਹਾਂ, BC ਕੈਨ ਬੀ ਰਿਟਨ ਐਜ਼ VR into T, ਰਾਈਟ। ਯੂ ਮਾਈਟ ਥਿੰਕ ਕਿ ਠੀਕ ਹੈ ਕੈਲਕੂਲੇਟ ਹੋ ਗਿਆ BC, ਬਟ ਹਰ ਕੇਸ 'ਚ ਤੁਹਾਨੂੰ ਜ਼ਰੂਰੀ ਨਹੀਂ ਹੈਗਾ ਕਿ ਆਹ ਦੋਨੋਂ ਜਿਹੜੇ ਵੇਰੀਏਬਲ ਨੇ VR ਤੇ T ਇਹ ਤੁਹਾਨੂੰ ਗਿਵਨ ਹੋਣ, ਰਾਈਟ। ਕਿਸੇ ਕੇਸ 'ਚ ਉਹ ਵੀ ਸਾਦਾ ਗਿਵਨ ਹੋਵੇ, ਉਦੋਂ ਤੁਸੀਂ ਡਾਇਰੈਕਟਲੀ ਫਾਰਮੂਲਾ ਯੂਜ਼ ਕਰ ਸਕਦੇ ਹੋ। ਬਟ ਜੇ ਲੈਟਸ ਸਪੋਜ਼ VR ਐਂਡ T ਆ ਦੋਨੋਂ ਵੇਰੀਏਬਲਸ ਤੁਹਾਨੂੰ ਗਿਵਨ ਨਹੀਂ ਹੈਗੇ, ਫਿਰ ਤੁਸੀਂ ਉੱਥੇ ਕੀ ਕਰੋਗੇ, ਰਾਈਟ। ਲੈਟਸ ਸਪੋਜ਼ ਤੁਹਾਨੂੰ ਜਿਹੜਾ ਟਾਈਮ ਹੈ ਇਹ ਬਿਲਕੁਲ ਗਿਵਨ ਨਹੀਂ ਹੈ ਕਿ ਟੋਟਲ ਕਿੰਨੇ ਟਾਈਮ ਤੱਕ ਜਿਹੜਾ ਬੰਦਾ ਸੀਗਾ ਉਹ ਇਸ ਨਦੀ 'ਚ ਰਿਹਾ, ਜਾਂ ਟੋਟਲ ਉਹਦੀ ਜਰਨੀ ਦਾ ਟਾਈਮ ਕਿੰਨਾ ਹੈ। ਫਿਰ ਆਪਾਂ ਕੀ ਕਰਾਂਗੇ, ਫਿਰ ਆਪਾਂ ਇਹ ਕੰਸੀਡਰ ਕਰਦੇ ਹਾਂ। ਦੇਖੋ ਜਿਵੇਂ ਹਲੇ ਆਪਾਂ ਕੀ ਕੀਤਾ ਹੋਇਆ, ਆ BC ਨੂੰ ਕੈਲਕੂਲੇਟ ਕਰਨ ਦੇ ਲਈ ਆਹ ਵਾਲੀ ਡਾਇਰੈਕਸ਼ਨ ਦੇ ਵਿੱਚ ਆਪਾਂ ਯੂਜ਼ ਕੀਤਾ ਸਪੀਡ ਇਜ਼ ਇਕੁਅਲਸ ਟੂ ਡਿਸਟੈਂਸ ਬਾਈ ਟਾਈਮ, ਰਾਈਟ। ਇਸ ਟਾਈਮ ਨੂੰ ਕੈਲਕੂਲੇਟ ਕਰਨ ਦੇ ਲਈ ਆਪਾਂ ਆਹ ਵਾਲੀ ਸਾਈਡ ਕੰਸੀਡਰ ਕਰ ਲੈਂਦੇ ਹਾਂ, ਬਿਕੋਜ਼ ਇਹਦੇ ਲਈ ਵੀ ਤਾਂ ਆਪਾਂ ਨੂੰ ਪਤਾ ਕਿ ਆ ਚੀਜ਼ ਵੈਲਿਡ ਹੋਊਗੀ, ਸਪੀਡ ਇਜ਼ ਇਕੁਅਲਸ ਟੂ ਡਿਸਟੈਂਸ ਬਾਈ ਟਾਈਮ, ਹੈ ਨਾ। ਸੋ ਸਪੀਡ ਇਜ਼ ਇਕੁਅਲਸ ਟੂ ਡਿਸਟੈਂਸ AB, ਜਾਂ ਫਿਰ ਤੁਸੀਂ ਡਾਇਰੈਕਟਲੀ ਸਮੋਲ d ਲਿਖ ਲਓ, ਬਿਕੋਜ਼ ਆਪਾਂ ਨੂੰ ਪਤਾ ਹੀ ਹੈ ਨਾ ਡਿਸਟੈਂਸ ਕਿੰਨਾ, ਵਿਡਥ ਕਿੰਨੀ ਹੈ, ਐਂਡ ਟਾਈਮ ਟੋਟਲ ਕਿੰਨੇ ਟਾਈਮ ਬੰਦਾ ਪਾਣੀ 'ਚ ਰਿਹਾ ਸੀਗਾ, ਟੋਟਲ ਉਹਦੀ ਜਰਨੀ ਦਾ ਟਾਈਮ ਹੈ। ਇੱਥੋਂ ਤੁਸੀਂ ਟਾਈਮ ਨੂੰ ਕੈਲਕੂਲੇਟ ਕਰਕੇ, ਮਤਲਬ ਟਾਈਮ ਦੀ ਵੈਲਿਊ ਫਾਈਂਡ ਕਰਕੇ ਬਸ ਆ ਫਸਟ ਇਕੁਏਸ਼ਨ 'ਚ ਪੁੱਟ ਕਰ ਦਿਓ, ਦਿਸ ਇਜ਼ ਦ ਇਕੁਏਸ਼ਨ 1, ਰਾਈਟ। ਇੱਥੋਂ ਟਾਈਮ ਦੀ ਵੈਲਿਊ ਆਪਣੀ ਕਿੰਨੀ ਆ ਜੂਗੀ, T ਕੈਨ ਬੀ ਰਿਟਨ ਐਜ਼ D ਡਿਵਾਈਡਡ ਬਾਈ VBR, ਦਿਸ ਇਜ਼ ਲੈਟਸ ਸਪੋਜ਼ ਇਕੁਏਸ਼ਨ 2। ਸੋ ਸੈਕੰਡ ਇਕੁਏਸ਼ਨ ਤੋਂ ਜਿਹੜੀ ਟਾਈਮ ਦੀ ਵੈਲਿਊ ਆਪਣੀ ਆਈ ਹੈ, ਇਹਨੂੰ ਜੇ ਆਪਾਂ ਇੱਥੇ ਪੁੱਟ ਕਰ ਦਈਏ, ਆਪਾਂ ਕੋਲ ਫਾਈਨਲ ਰਿਜ਼ਲਟ ਕੀ ਆ ਜਾਊਗਾ, ਵੀ ਗੈਟ ਅਵਰ ਫਾਈਨਲ ਰਿਜ਼ਲਟ BC ਇਜ਼ ਇਕੁਅਲ ਟੂ VR ਇਨਟੂ small d divided by VBR, ਠੀਕ ਹੈ। ਐਂਡ ਇਹ ਇਦਾਂ ਦੀਆਂ ਕੁਆਂਟੀਟੀਜ਼ ਨੇ ਜਿਹੜੀਆਂ ਆਲਮੋਸਟ ਸਾਨੂੰ ਹਰ ਨੂਮੈਰੀਕਲ 'ਚ ਗਿਵਨ ਹੋਊਗੀਆਂ। ਵਿਡਥ ਗਿਵਨ ਹੁੰਦੀ ਹੈ ਰਿਵਰ ਦੀ, ਐਂਡ ਜਿਹੜੀਆਂ ਵੈਲੋਸਿਟੀਜ਼ ਨੇ, ਰਾਈਟ, ਉਹ ਵੀ ਜਨਰਲੀ ਜਾਂ ਤਾਂ ਗਿਵਨ ਹੁੰਦੀਆਂ ਜਾਂ ਈਜ਼ੀਲੀ ਆਪਾਂ ਉਹਨੂੰ ਕੈਲਕੂਲੇਟ ਕਰ ਸਕਦੇ ਹਾਂ, ਠੀਕ ਹੈ। ਸੋ ਆਪਾਂ ਕੋਲ ਕੀ ਆਇਆ, ਟੋਟਲ ਡ੍ਰਿਫਟ, ਠੀਕ ਹੈ। So let's try this very simple numerical. A man swims across a river which flows with the velocity of 3 km per hour towards east. So this is east, west, north, south एक river है ਜਿਹੜੀ east ਦੇ ਵੱਲ flow ਕਰ ਰਹੀ ਹੈ। So this is VR vector. The velocity of a man with respect to the water. So VM with respect to the river. River ਨੂੰ R ਹੀ ਰੱਖ ਲੈਣੇ ਆਪਾਂ, right? Water ਹੈ ਜੋ ਕਿ that is 4 kilometers per hour towards north. So ਇੱਕਦਮ ਸਿੱਧਾ north ਦੇ ਵੱਲ. That means ਆ ਚੀਜ਼ ਆਪਾਂ ਨੂੰ given ਹੈ velocity of the man with respect to the river. ਠੀਕ ਹੈ। Find ਕੀ ਕਰਨ ਨੂੰ ਕਿਹਾ ਤੁਹਾਨੂੰ, what is his velocity relative to the bank of the river. ਹੁਣ ਜਿਹੜੇ bank of the river ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਕੀ ਹੈ, ਕਿਨਾਰਾ ਹੈ ਇਸ ਨਦੀ ਦਾ, right? That means ਬਿਲਕੁਲ ਰਸਤੇ ਹੈ bank ਤਾਂ, ਚਾਹੇ ਇੱਥੇ ground ਲਿਖਿਆ ਹੁੰਦਾ ਤਾਂ ਵੀ ਸੇਮ ਹੀ ਗੱਲ ਹੁੰਦੀ, ਚਾਹੇ ਇੱਕ ਆਬਜ਼ਰਵਰ ਜੋ ਕਿ ਗਰਾਊਂਡ ਤੇ ਖੜ ਕੇ ਦੇਖ ਰਿਹਾ ਤਾਂ ਵੀ ਸੇਮ ਹੀ ਗੱਲ ਹੁੰਦੀ, ਠੀਕ ਹੈ। ਦੈਟ ਮੀਨਸ ਐਕਚੁਅਲ 'ਚ ਆਪਾਂ ਨੂੰ ਆਹੀ ਚੀਜ਼ ਕੈਲਕੂਲੇਟ ਕਰਨ ਨੂੰ ਕਿਹਾ ਗਿਆ, ਵਟ ਇਜ਼ ਵੈਲੋਸਿਟੀ ਰਿਲੇਟਿਵ ਟੂ ਦਾ ਬੈਂਕ ਆਫ ਦਾ ਰਿਵਰ, ਦਿਸ ਕੁਆਂਟੀਟੀ। ਆ ਜਿਹੜਾ ਤੀਜਾ ਵੈਕਟਰ ਹੈ ਦੈਟ ਇਜ਼ VM ਵੈਕਟਰ। ਜਿਵੇਂ ਪਹਿਲਾਂ ਬੋਟ ਸੀ, ਹੁਣ ਇੱਥੇ ਸਵਿਮਰ ਹੈ ਜਿਹੜਾ ਕਿ ਮੈਨ ਹੈ ਬੇਸਿਕਲੀ, ਠੀਕ ਹੈ। ਸੋ ਡਾਇਰੈਕਟਲੀ ਮੈਨੂੰ ਲਿਖਤਾ VM ਵੈਕਟਰ। ਇਹਦਾ ਮੈਗਨੀਟਿਊਡ ਕੈਲਕੂਲੇਟ ਕਰਨਾ ਤਾਂ ਸਭ ਤੋਂ ਈਜ਼ੀ ਹੈ, ਆਪਾਂ ਨੂੰ ਪਤਾ ਕਿ ਆਹ ਚੀਜ਼ ਹੈ 90, ਪਾਇਥਾਗੋਰਸ ਥਿਓਰਮ ਬਸ ਯੂਜ਼ ਕਰ ਲਓ,
and you get your answer. Vm will be given by square root of Vr square plus Vmr the square, which is further equals to Vr river the velocity ਆਪਾਂ ਨੂੰ given ਸੀਗੀ 3 kilometers, so 3 the square 9 plus man the velocity with respect to water given ਸੀ ਆਪਾਂ ਨੂੰ 4 the square 16 है ना, 16 plus 9 25 ਦਾ अंडर रूट 5 हो गया. सो Vm ਆਪਾਂ ਕੋਲ ਕਿੰਨਾ ਆ ਜਾਊਗਾ 5 kilometers per hour. सो ये हो गया फर्स्ट पार्ट अपना 5 kilometers per hour. जो आ चीज़ है ਇਹਦਾ मैग्नीट्यूड आया Vm ਵੈਕਟਰ ਦਾ 5 kilometers per hour. ठीक है. ਸੈਕੰਡ ਪਾਰਟ 'ਚ ਕੀ ਕੈਲਕੂਲੇਟ ਕਰਨ ਨੂੰ ਕਿ ਆਪਾਂ ਨੂੰ ਇਹਨੂੰ ਮੈਂ ਰੇਜ਼ ਕਰ ਦੇਣਾ. हाउ लॉन्ग डज ही टेक टू क्रॉस द रिवर, कितना टाइम ਉਹਨੂੰ ਲੱਗੇਗਾ ਰਿਵਰ ਨੂੰ ਕ੍ਰਾਸ ਕਰਨ 'ਚ. दैट मीन्स ਆਪਾਂ ਸਮਾਲ ਟੀ ਪਹਿਲਾਂ ਮੰਨ ਲੈਂਦੇ ਹਾਂ ਕਿ ਉਹਨੂੰ ਸਮਾਲ ਟੀ ਟਾਈਮ ਲੱਗਿਆ ਕ੍ਰਾਸ ਕਰਨ ਦੇ ਲਈ, ਰਾਈਟ. ਕੁਆਂਟੀਟੀਜ਼ ਦੇਖੋ ਆਪਾਂ ਨੂੰ ਵਿਡਥ ਗਿਵਨ ਹੈ ਰਿਵਰ ਦੀ 1 ਕਿਲੋਮੀਟਰ, ਠੀਕ ਹੈ. ਸੋ ਆ ਚੀਜ਼ ਆਪਾਂ ਨੂੰ ਜੇ ਪਤਾ ਹੈ 1 ਕਿਲੋਮੀਟਰ ਤਾਂ ਆਪਾਂ ਕੀ ਯੂਜ਼ ਕਰ ਸਕਦੇ ਹਾਂ ਆ ਵੈਲੋਸਿਟੀ, बिकॉज ये वेलोसिटी भी उस डायरेक्शन च है, विड्थ भी उस डायरेक्शन च अपन पता है 1 किलोमीटर, तो आप यूज करांगे स्पीड इज इक्वल्स टू डिस्टेंस बाय टाइम. दैट मीन्स VMR दैट इज इक्वल्स टू डिस्टेंस 1 किलोमीटर डिवाइडेड बाय टाइम. इतों तुम टाइम कट सकते हो, बस टाइम इज इक्वल्स टू 1 किलोमीटर डिवाइडेड बाय VMR. ये कितना गिवन है वेलोसिटी ऑफ द मैन विद रिस्पेक्ट टू वाटर आप गिवन सी 4 किलोमीटर्स पर आवर, ठीक है. सो 1/4 कितना हो जाऊगा 0.25 आवर्स, 1/4 घंटे. या फिर ਆਪਾਂ ਜੇ ਮਿੰਟਸ ਦੇ ਵਿੱਚ ਗੱਲ ਕਰੀਏ 60 ਨੂੰ 1/4 ਦੇ ਨਾਲ ਜੇ ਆਪਾਂ ਗੁਣਾ ਕਰਾਂਗੇ ਤਾਂ 15 ਹੈ ਨਾ. ਸੋ 15 ਮਿੰਟਸ ਟੋਟਲ ਉਹਨੂੰ 15 ਮਿੰਟਸ ਲੱਗੂਗੇ ਇਸ ਰਿਵਰ ਨੂੰ ਕ੍ਰਾਸ ਕਰਨ ਦੇ ਲਈ, ਰਾਈਟ. ਸਿੰਪਲੀ ਮੈਂ ਬਸ ਆ ਕੀਤਾ 0.25 into 60 ਇੰਨੇ ਮਿੰਟਸ, ਠੀਕ ਹੈ. ਐਂਡ ਯੂ ਗੈਟ 15 ਮਿੰਟਸ ਯੋਰ ਆਂਸਰ. ਸੋ ਇੱਥੇ ਮੈਂ ਇਹਦਾ ਆਂਸਰ ਵੀ ਲਿਖ ਦੇਣਾ, that is 15 minutes. Second question. Third question देखते हैं. How far from his starting point, मान लो A point तो चलिया, how far from his starting point will he reach the opposite bank. C point ਤੇ ਪਹੁੰਚਿਆ, ਮਤਲਬ ਆ ਹੁਣ ਉਹਨੇ ਲੈਂਥ ਕੈਲਕੂਲੇਟ ਕਰਨ ਨੂੰ ਕਿਹਾ ਹੈ A ਤੇ C point ਦੇ ਵਿੱਚ ਦਾ ਡਿਸਟੈਂਸ ਕਿੰਨਾ ਹੈ, ਰਾਈਟ. ਅਗੇਨ ਆਈ ਗੈਸ ਆਪਾਂ ਉਹੀ ਰਿਲੇਸ਼ਨ ਇੱਥੇ ਯੂਜ਼ ਕਰਾਂਗੇ, ਸਪੀਡ ਇਜ਼ ਇਕੁਅਲਸ ਟੂ ਡਿਸਟੈਂਸ डिवाइडेड बाई टाइम, बिकॉज अपन देखो टाइम भी पता है, अपन स्पीड भी पता ही है ना. VM पर्सन की स्पीड कितनी है आप इतने कैलकुलेट की सी, दैट इज दिस वन 5 किलोमीटर्स पर आवर है ना. सो 5 किलोमीटर्स पर आवर दैट इज इक्वल्स टू डिस्टेंस जो आप कैलकुलेट करना है ना. सो इनू डायरेक्टली इदा लिखते हैं AC डिवाइडेड बाई टाइम. टाइम कितना लग गया, टाइम सीगा 15 मिनट्स, या फिर उदा ही रखते हैं इनू 1/4 आवर्स, राइट. सो आ टर्म इत्थे आ जाऊगी एंड 5/4 किलोमीटर दैट इज योर आंसर. इन्ना डिस्टेंस मतलब उन्हें ट्रैवल किया एक्चुअल दे विच, राइट. सो दिस इज द आंसर ऑफ द थर्ड पार्ट 5/4 किलोमीटर. या डेसिमल च इनू कर दो 1 पॉइंट कितना आ जाऊगा 10 4 2 8 20 4 5 20 1.25 kilometers. That's your answer. This is the next numerical. A boat is moving with a velocity 3 I cap plus 4 j cap with respect to the ground. मतलब ये अपन गिवन है VB, राइट. चाहे VBG लिख लो चाहे VB सेम ही चीज़ है. That is equals to 3 I cap plus 4 j cap. The water in the river is moving with velocity minus 3 I cap minus 4 j cap with respect to the ground ही है. सो इनू भी आप सिंपली यहाँ लिखते हैं. कैलकुलेट द वेलोसिटी ऑफ द बोट विद रिस्पेक्ट टू द वाटर. दैट मीन्स VBR कैलकुलेट करने क्या है, तो बहुत ईजी क्वेश्चन है, राइट. डायरेक्टली तुम की करोगे VB वैक्टर माइनस VR वैक्टर है ना. इस चीज़ का ही फॉर्मूला होंगे. सो जो बस क्वांटिटी सानू पता नहीं आप पुट कर देने. इतने आ जाऊगा 3 I cap प्लस 4 j cap माइनस VR वैक्टर जोड़ा कि आह है माइनस 3 I cap माइनस 4 j cap. आई कैप वाले कंबाइन करो, जे कैप वाले कंबाइन करो. आई कैप वाले की बन जाओगे 3 I cap माइनस माइनस प्लस 3 I cap, राइट. एंड 4 j cap माइनस माइनस अगेन प्लस 4 j cap. दैट मीन्स 6 I cap प्लस 8 j cap. दिस इज द वेलोसिटी ऑफ द बोट विद रिस्पेक्ट टू द रिवर. दिस इज आवर
ਆਨਸਰ। ਸੋ ਦਿਸ ਇਜ਼ ਦ ਨੈਕਸਟ ਨਿਊਮੈਰੀਕਲ। ਸਭ ਤੋਂ ਪਹਿਲਾਂ ਆਪਾਂ ਡਾਇਰੈਕਸ਼ਨਸ ਡਰਾ ਕਰ ਦਿੰਦੇ ਹਾਂ, ਈਸਟ, ਵੈਸਟ, ਨਾਰਥ, ਸਾਊਥ। ਇੱਕ ਰਿਵਰ ਹੈ, ਆਪਾਂ ਨੂੰ ਕਿਹਾ ਗਿਆ ਜਿਹਦੀ ਡਾਇਰੈਕਸ਼ਨ ਆਪਾਂ ਨੂੰ ਗਿਵਨ ਹੈ, ਦੈਟ ਇਜ਼ ਫਰੋਮ ਵੈਸਟ ਟੂ ਈਸਟ। ਸੋ ਦਿਸ ਇਜ਼ ਦ ਡਾਇਰੈਕਸ਼ਨ ਆਫ ਦ ਰਿਵਰ ਐਂਡ ਦੇਰ ਇਜ਼ ਅ ਸਵਿਮਰ ਜੋ ਕਿ ਸਾਊਥ ਬੈਂਕ ਤੇ ਇੱਥੇ ਖੜਾ ਹੈ ਐਂਡ ਹੀ ਵਾਂਟਸ ਟੂ ਸਵਿਮ ਅਕ੍ਰੋਸ ਦ ਰਿਵਰ ਇਨ ਦ ਸ਼ਾਰਟੈਸਟ ਟਾਈਮ। ਘੱਟੋ ਘੱਟ ਟਾਈਮ 'ਚ ਰਿਵਰ ਕ੍ਰੋਸ ਕਰਨਾ ਚਾਹੁੰਦਾ ਹੈ। ਦੈਨ ਕੁਐਸਚਨ 'ਚ ਪੁੱਛਿਆ ਕਿਹੜੀ ਡਾਇਰੈਕਸ਼ਨ 'ਚ ਸਵਿਮ ਕਰੇ। ਹੁਣ ਦੇਖੋ ਦੋ ਤਰੀਕੇ ਨਾਲ ਉਹ ਸੋਚ ਸਕਦਾ ਬੰਦਾ। ਇੱਕ ਥੋਟ ਉਹਦੇ ਮਾਈਂਡ 'ਚ ਆ ਸਕਦਾ ਕਿ ਜੇ ਮੈਂ ਸਿੱਧਾ ਤੈਰਨ ਦੀ ਕੋਸ਼ਿਸ਼ ਕਰਾਂ ਸ਼ਾਇਦ ਮੈਨੂੰ ਘੱਟ ਟਾਈਮ ਲੱਗੇ ਬਿਕੋਜ਼ ਡਿਸਟੈਂਸ ਘੱਟ ਪਏਗਾ, ਰਾਈਟ। ਦੂਜਾ ਥੋਟ ਉਹਦੇ ਮਾਈਂਡ 'ਚ ਇਹ ਵੀ ਆ ਸਕਦਾ ਕਿ ਜੇ ਮੈਂ ਸਿੱਧਾ ਤੈਰਨ ਦੀ ਕੋਸ਼ਿਸ਼ ਕੀਤੀ, ਰਾਈਟ, ਇਹ ਤਾਂ VB ਜਾਂ ਫਿਰ VMR ਵੈਕਟਰ ਹੋਇਆ ਨਾ, ਐਕਚੁਅਲ 'ਚ ਤਾਂ ਉਹਨੇ ਆਹ ਵਾਲਾ ਪਾਥ ਚੂਜ਼ ਕਰਨਾ ਹੈ ਬਿਕੋਜ਼ ਜਿਹੜੀ ਰਿਵਰ ਹੈ ਉਹਦੀ ਵੀ ਕੁਛ ਨਾ ਕੁਛ ਵੈਲੋਸਿਟੀ ਹੈ। ਸੋ ਉਹਦੇ ਕਰਕੇ ਬੰਦਾ ਥੋੜ੍ਹਾ ਜਿਹਾ ਕੀ ਹੋ ਜਾਏਗਾ, ਡਰਿਫਟ ਹੋ ਜਾਏਗਾ, ਰਾਈਟ। ਸੋ ਦੂਸਰਾ ਥੋਟ ਉਹਦੇ ਮਾਈਂਡ 'ਚ ਆਹੀ ਹੈ ਕਿ ਹਾਂ ਆਹ ਡਿਸਟੈਂਸ ਤਾਂ ਕਾਫੀ ਜ਼ਿਆਦਾ ਹੈ, ਹੋ ਸਕਦਾ ਮੈਨੂੰ ਟਾਈਮ ਜ਼ਿਆਦਾ ਲੱਗ ਜੇ, ਤੇ ਮੈਂ ਕੀ ਕਰਦਾ ਸਿੱਧਾ ਜਾਣ ਦੀ ਬਜਾਏ ਨਾ ਆਪਣੇ ਵੱਲੋਂ ਥੋੜ੍ਹਾ ਜਿਹਾ ਕੁਛ ਪਰਟੀਕੂਲਰ ਐਂਗਲ 'ਤੇ ਚੱਲਣਾ ਸਟਾਰਟ ਕਰਦਾ ਸੋ ਦੈਟ ਇਨ ਦ ਐਂਡ ਓਵਰਆਲ ਮੈਨੂੰ ਰਿਵਰ ਵੀ ਕੁਛ ਨਾ ਕੁਛ ਫੋਰਸ ਲਗਾਊਗੀ। ਸੋ ਐਕਚੁਅਲ ਮੈਂ ਡਿਸਟੈਂਸ ਆ ਟਰੈਵਲ ਕਰਾਂ ਤੇ ਮੈਨੂੰ ਘੱਟੋ ਘੱਟ ਟਾਈਮ 'ਚ ਮੈਂ ਪਹੁੰਚ ਜਾ, ਰਾਈਟ। ਹੁਣ ਇਹਨਾਂ ਦੋਨਾਂ 'ਚੋਂ ਕਿਹੜੀ ਚੀਜ਼ ਸਹੀ ਹੈ ਇਹਨੂੰ ਦੇਖਦੇ ਹਾਂ, ਰਾਈਟ, ਕੈਲਕੂਲੇਟ ਕਰਕੇ ਦੇਖਦੇ ਹਾਂ। ਕਾਮਨ ਸੈਂਸ ਦੇ ਬੇਸਿਸ 'ਤੇ ਆਪਾਂ ਨਹੀਂ ਚੱਲ ਸਕਦੇ ਹੈਗੇ, ਰਾਈਟ। ਸੋ ਲੈਟਸ ਸਪੋਜ਼ ਆਪਾਂ ਕੀ ਕਰਦੇ ਹਾਂ, ਆਹ ਜਿਹੜੇ ਦੋਨੋਂ ਪੁਆਇੰਟਸ ਨੇ ਪਹਿਲਾਂ ਇਹਨਾਂ ਦੋਨਾਂ ਨੂੰ ਕਨੈਕਟ ਕਰਤਾ ਐਂਡ ਮੰਨ ਕੇ ਚੱਲਦੇ ਹਾਂ ਕਿ ਐਕਚੁਅਲ ਜਿਹੜਾ ਮਿਨੀਮਮ ਟਾਈਮ ਵਾਲਾ डिस्टेंस है वो आ वाला है एट एंगल थीटा, राइट। कि मतलब इस पर्टिकुलर डायरेक्शन च जो मूव करूगा ਤਾਂ ਉਹ मिनिमम टाइम च इस रिवर ਨੂੰ ਕੀ ਕਰ ਲੇਗਾ, क्रॉस कर लेगा। सो दिस इज द वेलोसिटी ऑफ द मैन विद रिस्पैक्ट टू द रिवर, जिधर ਨੂੰ एक्चुअल च जाना चाह रहा है ओवरऑल, बट ऑफ कोर्स ਉਹਨੂੰ कुछ ना कुछ ड्रिफ्ट कर देगी रिवर, ठीक है। सो ਇਹ ਧਿਆਨ ਰੱਖੋ ਕਿ ਉਹ ਇੱਥੇ ਨਹੀਂ ਪਹੁੰਚੇਗਾ, ਥੋੜਾ ਜਿਹਾ ਟੂਵਰਡਸ ਦ ਰਾਈਟ ਹੈਂਡ ਸਾਈਡ ਡਿਸਪਲੇਸ ਹੋ ਜਾਏਗਾ। ਹੁਣ ਜੇ ਮੈਂ ਇਸ ਪਰਟੀਕੂਲਰ ਟ੍ਰਾਇੰਗਲ ਨੂੰ ਇੱਥੇ ਨੀਚੇ ਅਲੱਗ ਤੋਂ ਡਰਾ ਕਰਾਂ, ਰਾਈਟ, ਦਿਸ ਇਜ਼ ਦ ਟ੍ਰਾਇੰਗਲ। ਇਹ ਐਂਗਲ ਆਪਾਂ ਨੂੰ ਪਤਾ ਥੀਟਾ, ਰਾਈਟ। ਆ ਜਿਹੜੀ ਸਾਈਡ ਹੈ ਇਹਦਾ ਮੈਗਨੀਟਿਊਡ ਆਪਾਂ ਕੋਲ ਹੈਗਾ VMR, ਹੈ ਨਾ। ਹੁਣ ਜੇ ਆ VMR ਹੈ ਕਿ ਮੈਂ ਇਹਦਾ ਮੈਗਨੀਟਿਊਡ ਕੈਲਕੂਲੇਟ ਕਰ ਸਕਦਾ। ਇਹ ਆਪਾਂ ਵੈਕਟਰਸ ਵਾਲੇ ਚੈਪਟਰ 'ਚ ਆਲਰੇਡੀ ਕੀਤਾ ਹੋਇਆ ਕਿ ਜੇ ਆਪਾਂ ਨੂੰ ਇੱਕ ਸਾਈਡ ਦਾ ਮੈਗਨੀਟਿਊਡ ਪਤਾ ਹੈ ਐਂਡ ਆਪਾਂ ਨੂੰ ਦੂਸਰੀ ਸਾਈਡ ਤੇ ਉਹਦੇ ਸਾਈਡ ਦੇ ਵਿੱਚ ਦਾ ਐਂਗਲ ਪਤਾ ਹੋਵੇ ਥੀਟਾ, ਤਾਂ ਮੈਂ ਇਸ ਸਾਈਡ ਨੂੰ ਡਾਇਰੈਕਟਲੀ ਕੀ ਲਿਖ ਸਕਦਾ, VMR cos ਥੀਟਾ। ਸਿਮਿਲਰਲੀ ਜੇ ਮੈਨੂੰ ਲਿਖਣਾ ਹੁੰਦਾ ਮੈਂ ਲਿਖ ਸਕਦਾ VMR sin ਥੀਟਾ, ਰਾਈਟ। ਵੈਕਟਰਸ ਵਾਲੇ ਚੈਪਟਰ 'ਚ ਆਪਾਂ ਇਹ ਸਭ ਪੜ੍ਹਿਆ ਹੋਇਆ। ਜੇ ਵੈਕਟਰਸ ਵਾਲਾ ਚੈਪਟਰ ਤੁਸੀਂ ਨਹੀਂ ਦੇਖਿਆ ਦੈਨ ਤੁਹਾਨੂੰ ਹੁਣ ਲੱਗ ਰਿਹਾ ਹੋਊਗਾ ਕਿ ਪਤਾ ਨਹੀਂ ਮੈਂ ਕੀ ਐਕਸਪਲੇਨ ਕਰ ਰਿਹਾ, ਠੀਕ ਹੈ। ਸੋ ਇਹੀ ਹੁੰਦਾ ਜਦੋਂ ਆਪਾਂ ਚੈਪਟਰਸ ਰੈਗੂਲੈਰਿਟੀ 'ਚ ਪੜ੍ਹਦੇ ਹਾਂ ਆਪਾਂ ਨੂੰ ਚੀਜ਼ਾਂ ਯਾਦ ਰਹਿੰਦੀਆਂ ਨੇ। ਜਦੋਂ ਆਪਾਂ ਰੈਗੂਲੈਰਿਟੀ ਨਹੀਂ ਰੱਖਾਂਗੇ ਦੈਨ ਆਪਾਂ ਨੂੰ ਲੱਗੇਗਾ ਕਿ ਪਤਾ ਨਹੀਂ ਕੀ ਚੱਲ ਰਿਹਾ ਹੈ ਲੈਕਚਰਸ 'ਚ, ਠੀਕ ਹੈ। ਸੋ ਆਹ ਸਾਈਡ ਦਾ ਮੈਗਨੀਟਿਊਡ ਆਪਾਂ ਕੋਲ ਕਿੰਨਾ ਆ ਚੁੱਕਿਆ ਹੈ, VMR cos ਥੀਟਾ, ਠੀਕ ਹੈ। ਹੁਣ ਇੱਕ ਚੀਜ਼ ਜ਼ਰਾ ਆਪਾਂ ਇੱਥੇ ਓਬਜ਼ਰਵ ਕਰਨੀ ਹੈ ਕਿ ਜੇ ਮੈਂ ਆਹ ਵਾਲੀ ਲੈਂਥ ਦੀ ਗੱਲ ਕਰਾਂ ਜਿਹੜੀ ਆ VMR cos ਥੀਟਾ ਆਈ ਹੈ, ਰਾਈਟ, ਇਹ ਤਾਂ ਹੋ ਗਈ ਇਹਦੀ ਵੈਲੋਸਿਟੀ ਦਾ ਕੰਪੋਨੈਂਟ VMR cos ਥੀਟਾ। ਮਤਲਬ ਆ ਜਿਹੜਾ ਪਰਸਨ ਹੈਗਾ ਉਹ ਇਸ ਪਰਟੀਕੂਲਰ ਡਾਇਰੈਕਸ਼ਨ 'ਚ ਕਿੰਨੀ ਵੈਲੋਸਿਟੀ ਨਾਲ ਮੂਵ ਕਰ ਰਿਹਾ ਹੈ, ਉਹ ਚੀਜ਼ ਆਈ ਹੈ। ਹੁਣ ਆਪਾਂ ਨੂੰ ਪਤਾ ਹੈ ਸਪੀਡ ਇਜ਼ ਇਕੁਅਲਸ ਟੂ ਡਿਸਟੈਂਸ ਬਾਈ ਟਾਈਮ, ਰਾਈਟ। ਸੋ ਇੱਥੇ ਮੈਂ ਆਹੀ ਚੀਜ਼ ਯੂਜ਼ ਕਰਨ ਲੱਗਾ, ਸਪੀਡ ਕਿੰਨੀ ਹੋ ਜੂਗੀ ਆਪਣੀ, ਬਿਕੋਜ਼ ਮੈਂ ਜਸਟ ਇਹਦਾ ਮੈਗਨੀਟਿਊਡ ਲੈ ਰਿਹਾ ਨਾ। ਸੋ ਦਿਸ ਇਜ਼ ਸਪੀਡ VMR cos ਥੀਟਾ ਦੈਟ ਇਜ਼ ਇਕੁਅਲਸ ਟੂ ਡਿਸਟੈਂਸ। ਆਹ ਡਿਸਟੈਂਸ ਕਿੰਨਾ ਹੈ, ਇਹ ਜਿਹੜੀ ਵਿਡਥ ਹੈ ਮਤਲਬ ਰਿਵਰ ਦੀ, ਇਹਨੂੰ ਆਪਾਂ ਕੰਸੀਡਰ ਕਰ ਲੈਂਦੇ ਹਾਂ ਸਮੋਲ d ਡਿਵਾਈਡਡ ਬਾਈ ਟਾਈਮ, ਹੈ ਨਾ। ਐਂਡ ਜੇ ਆਪਾਂ ਟਾਈਮ ਨੂੰ ਕੈਲਕੂਲੇਟ ਕਰਨਾ ਹੈ ਸੋ ਸਮੋਲ t ਕੈਨ ਬੀ ਰਿਟਨ ਐਸ d ਡਿਵਾਈਡਡ ਬਾਈ VMR cos ਥੀਟਾ। ਆਹ ਰਿਲੇਸ਼ਨ ਆਪਾਂ ਕੋਲ ਆਉਂਦਾ ਟਾਈਮ ਦਾ। ਹੁਣ ਕੁਐਸਚਨ 'ਚ ਕਿਹਾ ਗਿਆ ਕਿ ਬੰਦਾ ਕੀ ਚਾਹੁੰਦਾ ਹੈ, ਮਿਨੀਮਮ ਟਾਈਮ ਦੇ ਵਿੱਚ ਉਸ ਰਿਵਰ ਨੂੰ ਕ੍ਰੋਸ ਕਰਨਾ। ਦੈਟ ਮੀਨਸ ਸਮੋਲ t ਕੀ ਹੋਵੇ, ਮਿਨੀਮਮ, ਸਮੋਲ t ਕੀ ਹੋਵੇ, ਮਿਨੀਮਮ। ਹੁਣ ਜੇ ਸਮੋਲ t ਨੂੰ ਮਤਲਬ ਆ ਜਿਹੜਾ ਟਾਈਮ ਹੈ ਇਹਨੂੰ ਮਿਨੀਮਮ ਰੱਖਣਾ ਹੈ, ਦੈਟ ਮੀਨਸ ਡਿਨੋਮੀਨੇਟਰ ਨੂੰ ਮੈਨੂੰ ਇੱਧਰ ਕੀ ਰੱਖਣਾ ਪਊਗਾ, ਮੈਕਸਿਮਮ, ਹੈ ਨਾ। ਡਿਨੋਮੀਨੇਟਰ ਮੈਕਸਿਮਮ ਦੇਖੋ ਕਦੋਂ ਹੋਊਗਾ, ਬੇਸਿਕਲੀ ਆਪਾਂ ਐਂਗਲ ਦੀ ਗੱਲ ਕਰ ਰਹੇ ਹਾਂ ਨਾ, ਕਿਹੜੀ ਡਾਇਰੈਕਸ਼ਨ 'ਚ ਜਾਵੇ, ਜਦੋਂ cos ਥੀਟਾ ਮੈਕਸਿਮਮ ਹੋਊਗਾ। ਬਿਕੋਜ਼ ਡਿਨੋਮੀਨੇਟਰ ਤੇ ਸਮੋਲ t ਦਾ ਇਨਵਰਸ ਰਿਲੇਸ਼ਨ ਹੈ ਨਾ, ਰਾਈਟ। cos ਥੀਟਾ ਜ਼ਿਆਦਾ ਹੋਊਗਾ ਤਾਂ ਸਮੋਲ t ਘੱਟ ਹੋਊਗਾ, cos t ਜੇ ਘੱਟ ਹੋਊਗਾ ਇੱਥੇ ਤਾਂ ਸਮੋਲ t ਕੀ ਹੋਊਗਾ, ਜ਼ਿਆਦਾ ਹੋਊਗਾ, ਉਲਟਾ ਰਿਲੇਸ਼ਨ ਹੈ। ਸੋ ਸਮੋਲ t ਮਿਨੀਮਮ ਰੱਖਣ ਦੇ ਲਈ, ਜੋ ਉਹਨੇ ਕਿਹਾ ਸ਼ਾਰਟੈਸਟ ਟਾਈਮ ਰੱਖਣ ਦੇ ਲਈ ਆਪਾਂ ਨੂੰ ਕੀ ਚਾਹੀਦਾ, cos ਥੀਟਾ ਮੈਕਸਿਮਮ। cos ਥੀਟਾ ਮੈਕਸਿਮਮ ਕਿੰਨਾ ਹੁੰਦਾ, 1। ਕਿੰਨੇ ਐਂਗਲ ਤੇ 1 ਹੁੰਦਾ, ਐਟ 0 ਡਿਗਰੀਜ਼। ਜਦੋਂ ਥੀਟਾ 0 ਹੁੰਦਾ ਆਪਾਂ ਨੂੰ ਪਤਾ ਹੈ cos ਥੀਟਾ ਕੀ ਹੁੰਦਾ, 1। ਦੈਟ ਇਜ਼ ਦ ਮੈਕਸਿਮਮ। ਦੈਟ ਮੀਨਸ ਐਂਗਲ ਦੀ ਵੈਲਿਊ ਕਿੰਨੀ ਆ ਗਈ, 0। ਜੇ ਥੀਟਾ 0 ਹੋਊਗਾ ਸਿਰਫ ਉਦੋਂ ਹੀ ਬੰਦਾ ਮਿਨੀਮਮ ਟਾਈਮ ਦੇ ਵਿੱਚ ਰਿਵਰ ਨੂੰ ਕ੍ਰੋਸ ਕਰ ਪਾਊਗਾ, ਠੀਕ ਹੈ। ਦੈਟ ਮੀਨਸ ਆ ਜਿਹੜਾ ਥੀਟਾ ਹੈਗਾ ਇਹ ਬਿਲਕੁਲ 0 ਹੈ। 0 ਦਾ ਮਤਲਬ ਇੱਕਦਮ ਬੰਦਾ ਸਿੱਧਾ ਮੂਵ ਕਰ ਰਿਹਾ ਹੈ,
ਰਾਈਟ ਦੈਟ ਮੀਨਸ ਕਿਹੜੀ ਡਾਇਰੈਕਸ਼ਨ 'ਚ ਇਨ ਦ ਨਾਰਥ ਡਾਇਰੈਕਸ਼ਨ ਸੋ ਆਨਸਰ ਤੁਹਾਡਾ ਕੀ ਬਣ ਜਾਏਗਾ ਹੀ ਸ਼ੁੱਡ ਸਵਿਮ ਇਨ ਦ ਨਾਰਥ ਡਾਇਰੈਕਸ਼ਨ